ग्रंथ साहब के ਸਰੂਪਾਂ ਨੂੰ ਅੱਗ ਦੇ ਨਾਲ ਨੁਕਸਾਨ ਹੋ ਜਾਣਾ ਤੇ ਬਾਅਦ ਵਿੱਚ ਜਿਨ੍ਹਾਂ ਦੇ ਪ੍ਰਬੰਧ ਵਿੱਚ ਇਹ ਗੱਲ ਹੋਈ ਆ ਉਹਨਾਂ ਵੱਲੋਂ ਪਛਤਾਤਾਪ ਵੀ ਨਾ ਕਰਨਾ ਇਹ ਵੱਡਾ ਸਵਾਲ ਆ। ਜਥੇਦਾਰ ਸਾਹਿਬ ਵੱਲੋਂ ਜਿਹੜੀਆਂ ਸਤਿਕਾਰ ਕਮੇਟੀ ਦੀਆਂ ਮਾਨਤਾਵਾਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ। ਰੱਦ ਕਰਨ ਤੋਂ ਬਾਅਦ ਵੀ ਤੁਸੀਂ ਸੇਵਾਵਾਂ ਕਰ ਰਹੇ ਹੋ, ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਇਹਨਾਂ ਦਾ ਫੈਸਲਾ ਕਰਨ ਦਾ ਢੰਗ ਆਪਣਿਆਂ ਲਈ ਹੋਰ ਤੇ ਦੂਜਿਆਂ ਲਈ ਹੋਰ ਹੈ। ਜੇ ਫਿਰ ਉਹਦੀ ਤੇ ਕਾਰਵਾਈ ਕਰਨ ਨੂੰ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਸੀ, ਫਿਰ ਕਮਿਸ਼ਨ ਕਿਉਂ ਬਣਾਇਆ ਗਿਆ? ਵਾਏ ਕਮਿਸ਼ਨ ਦਾ ਕੀ ਫਾਇਦਾ ਸੀ? ਵੱਡੇ ਮਗਰਮੱਛ ਬਚਾਏ ਗਏ ਆ ਤੇ ਨਿੱਕੀਆਂ ਨਿੱਕੀਆਂ ਮੱਛੀਆਂ ਨੂੰ ਕਿਸੇ ਨੂੰ ਸਸਪੈਂਡ ਤੇ ਕਿਸੇ ਨੂੰ ਕੁਝ ਕਈ ਵਾਰ ਇਹ ਵੀ ਸਵਾਲ ਖੜੇ ਕਰ ਦਿੰਦੇ ਕਿ ਗਲਤ ਰਸਤੇ ਤੇ ਜਾਂਦੀ ਹੈ ਸਤਿਕਾਰ ਕਮੇਟੀ, ਖਾਲਸੀ ਕਾਰਵਾਈ ਵੱਲ ਨੂੰ ਜਾਂਦੀ ਆ, ਜਾਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਲੈਣੀ ਚਾਹੀਦੀ। ਕਈ ਤੁਹਾਨੂੰ ਵੀ ਇਦਾਂ ਲੱਗਦਾ ਹੈ? ਪਰੰਤੂ ਜਦੋਂ ਹਰ ਹੀਲਾ ਨਿਕਲ ਜਾਵੇ ਫਿਰ ਕੀ ਕਰੋਗੇ? ਫਿਰ ਤਾਂ ਗੁਰੂ ਸਾਹਿਬ ਨੇ ਵੀ ਕਿਹਾ ਵਾ, ਅਸੀਂ ਤਾਂ ਕਦੇ ਤਲਵਾਰ ਨਾਲ ਕਿਸੇ ਦਾ ਗਲ ਕੱਟਿਆ ਹੀ ਨਹੀਂ, ਮਹਾਰਾਜ ਕਹਿੰਦੇ ਸ਼ਮਸ਼ੀਰ ਕੱਢ ਲੈਣੀ ਚਾਹੀਦੀ ਹੈ। ਅਸੀਂ ਤਾਂ ਹਜੇ ਮਹਾਰਾਜ ਦੇ ਬੋਲਾਂ ਤੱਕ ਵੀ ਨਹੀਂ ਪਹੁੰਚ ਸਕੇ। ਪਰ ਸੰਤਾਂ ਦਾ ਤਾਂ ਇਹ ਸੀਗਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਆਉਂਦਾ ਵਾ ਉਹਨੂੰ ਗੱਡੀ ਚਾੜ ਦੇਣਾ ਚਾਹੀਦਾ, ਉਹਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਅਸੀਂ ਤਾਂ ਹਜੇ ਕਿਸੇ ਨੂੰ ਗੋਲੀ ਨਹੀਂ ਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। STV ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਲਵਪ੍ਰੀਤ ਸਿੰਘ ਸਵਾਗਤ ਕਰਦਾ ਹਾਂ। ਜਿੱਥੇ ਸ਼੍ਰੋਮਣੀ ਕਮੇਟੀ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਆ, ਕਈ ਤਰ੍ਹਾਂ ਦੇ ਜਿਹੜੇ ਸਵਾਲ ਆ ਸ਼੍ਰੋਮਣੀ ਕਮੇਟੀ ਦੇ ਉੱਪਰ ਉੱਠ ਰਹੇ ਨੇ ਤੇ ਲਗਾਤਾਰ ਇਲਜ਼ਾਮ ਵੀ ਜਿਹੜੇ ਨੇ ਸ਼੍ਰੋਮਣੀ ਕਮੇਟੀ ਦੇ ਉੱਪਰ ਲੱਗ ਰਹੇ ਨੇ। ਇਸ ਦੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਈ ਸੁਖਜੀਤ ਸਿੰਘ ਖੋਸਾ ਜੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਪਰ ਉੱਠ ਰਹੇ ਨੇ। ਜੇਕਰ ਆਪਾਂ ਗੱਲ ਕਰੀਏ ਪਾਵਨ ਸਰੂਪਾਂ ਦੀ ਗੱਲ ਕਰ ਲਈਏ ਤਾਂ ਉਸ ਮਸਲੇ ਦੇ ਉੱਪਰ ਜਿਹੜੇ ਨੇ ਸਵਾਲ ਬਹੁਤ ਉੱਠ ਰਹੇ ਨੇ, ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਜੀ, ਤੁਸੀਂ ਪਿਛਲੇ ਦਿਨਾਂ 'ਚ ਘਟਨਾਕ੍ਰਮ ਵਾਚਿਆ ਹੈਗਾ। ਬਹੁਤ ਸਮੂਹ ਸਿੱਖ ਸੰਗਤਾਂ ਨੇ, TV ਚੈਨਲਾਂ ਨੇ, ਪੰਥ ਦਰਦੀ ਵੀਰਾਂ ਨੇ, ਗੁਰੂ ਨਾਨਕ ਨਾਮ ਲੇਵਾ ਸੰਗਤ ਨੇ 2015 ਤੋਂ ਜਿਹੜਾ ਪੰਜਾਬ ਵਿੱਚ ਘਟਨਾਕ੍ਰਮ ਵਾਪਰਿਆ ਉਹ ਸਾਰਾ ਆਪਣੇ ਆਪਣੇ ਤਰੀਕੇ ਦੇ ਨਾਲ ਹਰ ਸਿੱਖ ਸੰਗਤ ਸੋਚ ਰਹੀ ਆ ਤੇ ਹਰ ਦੇ ਹਿਰਦੇ ਵਲੂੰਦਰੇ ਹੋਏ ਆ। ਪਰੰਤੂ ਉਸ ਤੋਂ ਬਾਅਦ 'ਚ ਇੱਕ 267 ਸਰੂਪਾਂ ਵਾਲਾ ਜਿਹੜਾ ਮਸਲਾ ਉੱਭਰ ਕੇ ਆਇਆ ਸੀਗਾ, ਉਹਨੇ ਇੱਕ ਨਵੀਂ ਹਿਰਦਾਵੇਦਕ ਪੀੜਾ ਪੈਦਾ ਕੀਤੀ। ਜਦੋਂ ਹਿਰਦਾਵੇਦਕ ਪੀੜਾ ਪੈਦਾ ਹੋਈ ਆ ਤੇ ਇੱਕਦਮ ਸਾਰਿਆਂ ਦਾ ਧਿਆਨ ਜਿਹੜਾ ਵਾ ਸ੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਜਾਂਦਾ ਆ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਿਆਂ ਮਿਲਣ ਦੀ ਆਸ, ਇਨਸਾਫ ਹੋਣ ਦੀ ਆਸ ਹਰ ਸਿੱਖ ਦੇ ਮਨ ਵਿੱਚ ਬੱਝੀ ਹੋਈ ਆ। ਪਰ ਜਿਹੜੀਆਂ ਪਿਛਲੇ ਦਿਨਾਂ ਤੋਂ ਕੁਝ ਘਟਨਾਕ੍ਰਮ ਵਾਪਰਿਆ, ਕਈ ਤਰ੍ਹਾਂ ਦੇ ਹੁਕਮਨਾਮੇ ਆਏ, ਕਈ ਤਰ੍ਹਾਂ ਦੇ ਬਿਆਨ ਆਏ, ਉਹ ਆਪਣੇ ਆਪ 'ਚ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਦਿੰਦੇ ਹੈਗੇ ਆ। ਉਹਦੇ ਵਾਦ ਪੈਦਾ ਹੋਏ ਆ। ਤੁਸੀਂ ਸਵਾਲ ਕੀਤਾ ਵਾ ਸ਼੍ਰੋਮਣੀ ਕਮੇਟੀ ਸ਼ੱਕ ਦੇ ਘੇਰੇ 'ਚ ਕਿਉਂ ਆ? 2016 ਵਿੱਚ ਗੁਰਦੁਆਰਾ ਰਾਮਸਰ ਵਿਖੇ ਅੱਗ ਲੱਗਣਾ ਬੜਾ ਵੱਡਾ ਸਵਾਲ ਆ। ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਕਸਬਿਆਂ ਵਿੱਚ ਜਾਂ ਕਿਸੇ ਨੇ ਪਰਸਨਲ ਗੁਰੂ ਘਰ ਬਣਾਇਆ ਹੋਇਆ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਘਰ 'ਚ ਕੀਤਾ, ਉੱਥੇ ਇਹੋ ਜਿਹੀ ਘਟਨਾ ਵਾਪਰ ਜਾਵੇ ਤੇ ਅਸੀਂ ਕਹਿੰਦੇ ਹਾਂ ਵੀ ਉੱਥੇ ਪਹਿਰੇਦਾਰ ਨਹੀਂ ਹੈਗਾ, ਉੱਥੇ ਬਿਜਲੀ ਦੀ ਫਿਟਿੰਗ ਸਹੀ ਨਹੀਂ ਹੋਈ ਜਾਂ ਪ੍ਰਬੰਧਕੀ ਨਾਕਾਮੀਆਂ ਹੈਗੀਆਂ ਤੇ ਤਾਂ ਕਰਕੇ ਘਟਨਾ ਵਾਪਰ ਗਈ। ਪਰੰਤੂ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਪਾਈ ਹੁੰਦੀ ਆ ਗੁਰਦੁਆਰਾ ਗੁਰੂ ਰਾਮਸਰ, ਉੱਥੇ ਅੱਗ ਲੱਗ ਜਾਣੀ ਬੜਾ ਵੱਡਾ ਸਵਾਲ ਆ। ਫਿਰ ਇਸ ਰਿਪੋਰਟ ਵਿੱਚ ਇਹ ਵੀ ਨਿਕਲ ਕੇ ਆਇਆ ਵਾ ਕਿ ਜਦੋਂ ਅੱਗ ਲੱਗਣ ਦੀ ਮੰਦੀ ਘਟਨਾ ਵਾਪਰਦੀ ਆ, ਕਈਆਂ ਨੂੰ ਮੇਰਾ ਅੱਗ ਲੱਗਣਾ ਸ਼ਬਦ ਠੀਕ ਨਹੀਂ ਹੋਊਗਾ ਕਿਉਂਕਿ ਅਗਨ ਭੇਟਾ ਅਸੀਂ ਜਿਹੜਾ ਸ਼ਬਦ ਵਰਤਦੇ ਉਹਦਾ ਮਤਲਬ ਭੇਟ ਕੀਤਾ ਗਿਆ ਤੇ ਅਸੀਂ ਆਪ ਕੀਤਾ, ਮਤਲਬ ਉੱਥੇ ਅੱਗ ਦੀ ਮੰਦਭਾਗੀ ਦੁਰਘਟਨਾ ਵਾਪਰਨੀ ਤੇ ਉਹਦਾ ਪਛਤਾਤਾਪ ਵੀ ਨਾ ਕੀਤਾ ਜਾਣਾ। ਸਭ ਤੋਂ ਵੱਡੀ ਗੱਲ ਤੇ ਇਹ ਵੀ ਬੜੀ ਵੱਡੀ ਕਹਿ ਲਓ ਕਿ ਨੀਵੇਂ ਪੱਧਰ ਦੀ ਗੱਲ ਹੈਗੀ ਆ ਕਿ ਇੱਕ ਸਿੱਖਾਂ ਦੇ ਇਸ਼ਟ ਦਾ ਇੱਦਾਂ ਦਾ ਨੁਕਸਾਨ, ਇਸ਼ਟ ਦੀ ਅੰਗਾਂ ਨੂੰ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅੱਗ ਦੇ ਨਾਲ ਨੁਕਸਾਨ ਹੋ ਜਾਣਾ ਤੇ ਬਾਅਦ ਵਿੱਚ ਜਿਨ੍ਹਾਂ ਦੇ ਪ੍ਰਬੰਧ ਵਿੱਚ ਇਹ ਗੱਲ ਹੋਈ ਆ ਉਹਨਾਂ ਵੱਲੋਂ ਪਛਤਾਤਾਪ ਵੀ ਨਾ ਕਰਨਾ, ਇਹ ਵੱਡਾ ਸਵਾਲ ਆ। ਇੱਕ ਸਵਾਲ ਹੋਰ ਵੀ ਆ, ਜਥੇਦਾਰ ਸਾਹਿਬ ਵੱਲੋਂ ਜਿਹੜੀਆਂ ਸਤਿਕਾਰ ਕਮੇਟੀ ਦੀਆਂ ਮਾਨਤਾਵਾਂ ਨੇ ਉਹ ਰੱਦ ਕਰ ਦਿੱਤੀਆਂ ਗਈਆਂ ਨੇ। ਰੱਦ ਕਰਨ ਤੋਂ ਬਾਅਦ ਵੀ ਤੁਸੀਂ ਸੇਵਾਵਾਂ ਕਰ ਰਹੇ ਹੋ, ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਅਸੀਂ ਬਾਖੂਬੀ ਤੇ ਖੁੱਲ੍ਹ ਦਿਲੀ ਦੇ ਨਾਲ ਇਹ ਗੱਲ ਪਹਿਲਾਂ ਕਹਿ ਚੁੱਕੇ ਹੈਗੇ ਹਾਂ ਕਿ ਮਾਨਤਾਵਾਂ ਰੱਦ ਹੋ ਜਾਣੀਆਂ, ਕਰ ਦੇਣੀਆਂ
ਮਾਨਤਾ ਉਹਦੀ ਤੁਸੀਂ ਰੱਦ ਕਰ ਸਕਦੇ ਆ। ਮੰਨ ਲਓ ਤੁਹਾਨੂੰ ਟੀਵੀ ਚੈਨਲ ਨੇ ਅਪੁਆਇੰਟ ਕੀਤਾ, ਤੁਹਾਡੇ ਕੋਲ ਕੋਈ ਪ੍ਰਮਾਣ ਪੱਤਰ, ਕੋਈ ਆਇਡੈਂਟੀ, ਕੁਛ ਨਾ ਕੁਛ ਤਾਂ ਉਹਨਾਂ ਨੇ ਦਿੱਤਾ ਹੋਊਗਾ। ਬਿਲਕੁਲ। ਜੇ ਦਿੱਤਾ ਵਾ ਤਾਂ ਫਿਰ ਉਹਨਾਂ ਕੋਲ ਅਧਿਕਾਰ ਵਾ ਤੁਹਾਡੀ ਮਾਨਤਾ ਰੱਦ ਕਰਨ ਦਾ। ਜੇ ਉਹਨਾਂ ਨੇ ਕੁਝ ਦਿੱਤਾ ਹੀ ਨਹੀਂ ਤਾਂ ਫਿਰ ਤੁਹਾਨੂੰ ਰੱਦ ਕਿੱਦਾਂ ਕਰਨਗੇ? ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਰ ਝੁਕਦਾ ਵਾ, ਪਰੰਤੂ ਇਹ ਸਪਸ਼ਟ ਕਰਨ ਕਿ ਉਹਨਾਂ ਨੇ ਸਾਨੂੰ ਨਿਯੁਕਤੀ ਪੱਤਰ ਕਦੋਂ ਦਿੱਤਾ ਸੀ। ਜੇ ਨਿਯੁਕਤੀ ਪੱਤਰ ਹੀ ਨਹੀਂ ਦਿੱਤਾ ਤਾਂ ਰੱਦ ਕਿਵੇਂ? ਸਾਨੂੰ ਸਾਡੀ ਜਥੇਬੰਦੀ ਦਾ ਜਿਹੜਾ ਇਕੱਠ ਆ, ਜਿਹੜੀ ਇਹਦੀ ਇਕੱਤਰਤਾ ਆ, ਜਿਹੜਾ ਇਹਦਾ ਨਾਂ ਆ, ਇਹ 2001 ਵਿੱਚ ਹੋਏ ਪਾਵਨ ਹੁਕਮਨਾਮਾ ਸਾਹਿਬ ਤੋਂ ਆ, ਜਿਹਦੇ ਵਿੱਚ ਸਪੈਸ਼ਲ ਲਿਖਿਆ ਗਿਆ ਆ ਕਿ ਗੁਰਮਤ ਤੋਂ ਉਲਟ ਹੋ ਰਹੀਆਂ ਧਿੰਗਾ ਜੋਰੀ ਕਾਰਵਾਈਆਂ ਨੂੰ ਸਿੱਖ ਸੰਗਤਾਂ ਇਕਮੁੱਠ ਹੋ ਕੇ ਰੋਕਣ। ਤੁਸੀਂ ਵੀ ਸਿੱਖ ਹੋ, ਮੈਂ ਵੀ ਸਿੱਖ ਹਾਂ। ਗੁਰੂ ਗ੍ਰੰਥ ਸਾਹਿਬ ਨੂੰ ਮੜੀਆਂ 'ਤੇ, ਕਬਰਾਂ 'ਤੇ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਬੇਅਦਬੀ ਜਦੋਂ ਕਰਦਾ ਵਾ ਅਤੇ ਸਿੱਖ ਦੇ ਮਨ ਨੂੰ ਠੇਸ ਪਹੁੰਚਦੀ ਆ। ਉਸ ਨਾਤੇ ਅਸੀਂ ਅੱਜ ਵੀ ਕਰ ਰਹੇ ਹਾਂ। ਹਾਂ, ਹੁਣ ਇੱਕ ਹੋਰ ਸਵਾਲ ਖੜ੍ਹਾ ਹੋ ਗਿਆ ਪਿਛਲੀਆਂ ਘਟਨਾਵਾਂ ਨੂੰ, ਤੁਹਾਡੇ ਸਵਾਲ 'ਚੋਂ ਸਵਾਲ ਨਿਕਲਦਾ ਆ ਕਿ ਜੇ ਸਾਡੀ ਤਾਂ ਮਾਨਤਾ ਰੱਦ ਕਰਤੀ ਜਥੇਦਾਰ ਸਾਹਿਬ ਨੇ, ਉਹਨਾਂ ਨੂੰ ਇਹ ਦੱਸ ਪਿਆ ਵੀ ਇੱਕ ਥਾਂ ਸਰੂਪ ਲਿਆਉਣਾ, ਜਦ ਕਿ ਉੱਥੇ ਮਰਜ਼ਾਦਾ ਦੀ ਕੋਈ ਕਮੀ ਵੀ ਸੀ ਜਿੱਥੋਂ ਲੈ ਕੇ ਆਂਦਾ, ਉਹਦੇ ਵਿੱਚ ਕੁਛ ਨਾ ਕੁਛ ਸੀ, ਸੌਖਾ ਸਣ ਨਹੀਂ ਸੀ ਜਾਂ ਕੋਈ ਇੱਦਾਂ ਦੀਆਂ ਗੱਲਾਂ ਹੈਗੀਆਂ ਸੀਗੀਆਂ। ਉਹ ਪਾਵਨ ਸਰੂਪ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਿਤੇ ਖੰਡਿਤ ਨਹੀਂ ਹੋਇਆ, ਨਾ ਉਸ ਪਰਿਵਾਰ ਕੋਲੋਂ, ਨਾ ਸਤਿਕਾਰ ਕਮੇਟੀ ਕੋਲੋਂ। ਉੱਥੋਂ ਲੈ ਕੇ ਆਉਣਾ ਹੀ, ਉੱਥੋਂ ਲੈ ਕੇ ਆ ਕੇ ਵੀ ਕਿਸੇ ਗੁਰੂ ਘਰ ਸੁਭਾਏਮਾਨ ਆ, ਉੱਥੋਂ ਲੈ ਕੇ ਆਉਣ ਦੇ ਵਿੱਚ ਹੀ ਮਾਨਤਾ ਰੱਦ ਆ। ਪਰੰਤੂ ਜਿਨ੍ਹਾਂ ਨੇ 267 ਸਰੂਪ ਅੱਜ ਤੱਕ ਕੁਛ ਪਤਾ ਹੀ ਨਹੀਂ ਲੱਗਾ ਕਿੱਥੇ ਹੈਗੇ ਆ 267, ਫਿਰ ਇਹਨਾਂ ਦੀ ਗੁਰਮੁਖਾਂ ਦੀ ਜਿਹੜੀ ਆਪਣੀ ਜਿਹੜੀ ਇਨਵੈਸਟੀਗੇਸ਼ਨ ਆ, ਉਹਦੇ ਵਿੱਚ 61 ਅੰਗ 61 ਸਰੂਪ 125 ਅਤੇ 267 ਮਿਲਾ ਕੇ 453 ਬਣਦੇ ਆ, ਪਰ ਇਹ ਹੁਣ 328 ਕਹਿੰਦੇ ਆ। ਇਹ ਜੇ ਕਿਤੇ ਨਾ ਕਿਤੇ ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦਾ ਆ, ਕਿਤੇ ਨਾ ਕਿਤੇ ਜਿਹੜੇ ਸਰੂਪ ਮਹਾਰਾਜ ਦੇ ਸਰੂਪ ਸੀ, ਕਿਤੇ 328 ਹੋ ਰਹੇ ਨੇ, ਕਿਤੇ ਕੋਈ ਹੋ ਰਿਹਾ ਆ। ਸੰਖਿਆਵਾਂ ਦੇ ਵਿੱਚ ਜਿਹੜੀ ਬਹੁਤ ਵੱਡੀ ਮਾਤਰਾ ਦੇ ਵਿੱਚ ਫਰਕ ਪੈ ਰਿਹਾ ਆ। ਤੁਸੀਂ ਇੱਥੇ ਕਿਸ ਨਜ਼ਰ ਦੇ ਨਾਲ ਦੇਖਦੇ ਹੋ, ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਮੈਂ ਉਹੀ ਗੱਲ ਤੁਹਾਡੇ ਸਵਾਲ ਤੋਂ ਪਹਿਲਾਂ ਮੈਂ ਇਸ ਗੱਲ ਨੂੰ ਕੰਟੀਨਿਊ ਜਾਰੀ ਰੱਖਣਾ ਚਾਹੁੰਦਾ ਸੀ। ਬਹੁਤ ਚੰਗੀ ਗੱਲ ਆ ਕਿ ਤੁਸੀਂ ਇਹ ਗੱਲ ਮੈਨੂੰ, ਮੇਰਾ ਮਤਲਬ ਕਹਿਣ ਦਾ ਵੀ ਇੱਕ ਸਰੂਪ, ਪਾਵਨ ਸਰੂਪ ਕੋਈ ਲੈ ਕੇ ਆ ਜਾਂਦੇ ਨੇ ਸਤਿਕਾਰ ਕਮੇਟੀ ਦੇ ਸਿੰਘ, ਉੱਥੇ ਸੌਖਾ ਛਣਨੀ ਆ ਜਾਂ ਪ੍ਰੋਪਰ ਸੇਵਾ ਨਹੀਂ ਆ, ਉਹ ਇੱਕ ਵਿਚਾਰ ਅਧੀਨ ਆ, ਖੰਡਿਤ ਨਹੀਂ ਹੋਇਆ, ਨਾ ਪਰਿਵਾਰ ਵੱਲੋਂ ਕੋਈ ਖੰਡਿਤ ਅੰਗ ਖੰਡਿਤ ਹੋਇਆ, ਨਾ ਕੋਈ ਗੱਲ ਹੋਈ। ਗੁਰੂ ਸਾਹਿਬ ਦੇ ਸਰੂਪ ਸਤਿਕਾਰ ਸਹਿਤ ਗੁਰਦੁਆਰਾ ਸਾਹਿਬ 'ਚ ਅੱਜ ਵੀ ਸੁਭਾਏਮਾਨ ਆ। ਉਹ ਤਾਂ ਮਾਨਤਾ ਰੱਦ ਆ ਜਿਨ੍ਹਾਂ ਨੇ 267 ਸਰੂਪ, ਫਿਰ ਇਨਵੈਸਟੀਗੇਸ਼ਨ 'ਚ 328, ਟੋਟਲ ਜੋੜ ਬਣਦਾ ਆ ਜੇ ਸਾਰਾ ਲਾਈਏ 453। ਪਛਚਾਤਾਪ ਨਾ ਕਰਵਾਉਣਾ, ਉਹਨਾਂ ਦੀ ਮਾਨਤਾ ਕਦੋਂ ਜਥੇਦਾਰ ਜੀ ਰੱਦ ਕਰਨਗੇ? ਕਦੋਂ ਰੱਦ ਕਰਨਗੇ? ਕਿ ਇੱਕ ਗੁਰੂ ਗ੍ਰੰਥ ਸਾਹਿਬ ਦਾ ਕਿਸੇ ਦੇ ਪਿਆਰੇ ਦੇ ਘਰ 'ਚੋਂ ਸਰੂਪ ਲੈ ਆਉਣਾ, ਚਲੋ ਉਹਨਾਂ ਕੋਲੋਂ ਸੇਵਾ 'ਚ ਕੋਈ ਊਣਤਾਈਆਂ ਹੋ ਸਕਦੀਆਂ, ਉਹ ਸਮਝਾਉਣ ਦਾ ਵਿਸ਼ਾ ਆ, ਉਹਦਾ ਖੰਡਿਤ ਕੁਝ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਖੰਡਿਤ ਨਹੀਂ ਹੁੰਦੇ। ਇੱਥੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਦੇ ਕਹਿਣ ਮੁਤਾਬਕ, ਵੈਸੇ 453 ਬਣਦਾ, ਇਹਨਾਂ ਦੇ ਕਹਿਣ ਮੁਤਾਬਕ 328 ਸਰੂਪਾਂ ਦਾ ਕਿੱਥੇ ਨੇ? ਕੌਮ ਜਵਾਬ ਮੰਗਦੀ ਆ। ਉਹਨਾਂ ਦੀ ਮਾਨਤਾ ਕਦੋਂ ਰੱਦ ਕਰਨਗੇ? ਫਿਰ ਮੈਂ ਪਹਿਲਾਂ ਹੀ ਕਹਿ ਚੁੱਕਾ ਵਾਂ ਕਿ ਇਹਨਾਂ ਦੇ ਪੈਮਾਨੇ, ਇਹਨਾਂ ਦੇ ਫੈਸਲੇ ਸੁਣਾਉਣ ਦੇ ਨਜ਼ਰੀਏ, ਇਹਨਾਂ ਦਾ ਫੈਸਲਾ ਕਰਨ ਦਾ ਢੰਗ ਆਪਣਿਆਂ ਲਈ ਹੋਰ ਅਤੇ ਦੂਜਿਆਂ ਲਈ ਹੋਰ ਹੈ। ਜਿਹੜੇ ਧੜੇ ਨੇ ਇਹਨਾਂ ਨੂੰ ਅਪੁਆਇੰਟ ਕੀਤਾ ਵਾ, ਉਸ ਧੜਾ ਤਾਂ 267 ਸਰੂਪ ਵੀ ਜਿੱਥੇ ਮਰਜ਼ੀ ਲੈ ਜਾਵੇ, 328 ਸਰੂਪ ਵੀ ਜਿੱਥੇ ਮਰਜ਼ੀ ਲੈ ਜਾਵੇ, ਉਹਨਾਂ ਦੀ ਮਾਨਤਾ ਬਰਕਰਾਰ ਆ। ਉਹ ਫਿਰ ਦੁੱਧ ਦੀ ਰਾਖੀ ਬਿੱਲਾ ਬਹਾਉਣ ਵਾਲੀ ਜਿਹੜੀ ਹੋਈ ਆ ਸਾਰੀ ਗੱਲ, ਜਥੇਦਾਰ ਸਾਹਿਬ ਨੇ ਬਣਾ ਕੇ ਸਾਰੀ ਗੱਲ ਕਰਕੇ, ਜੇ ਫਿਰ ਉਹਦੀ 'ਤੇ ਕਾਰਵਾਈ ਕਰਨ ਨੂੰ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਸੀ, ਫਿਰ ਕਮਿਸ਼ਨ ਕਿਉਂ ਬਣਾਇਆ ਗਿਆ? ਵਾਏ ਕਮਿਸ਼ਨ ਦਾ ਕੀ ਫਾਇਦਾ ਸੀ? ਕਿਉਂ ਨਹੀਂ ਕੀਤੀ ਕਾਰਵਾਈ? ਫਿਰ ਜਿਹੜੀ ਅੱਜ ਕਾਰਵਾਈ ਹੋ ਰਹੀ ਆ, ਸਸਪੈਂਡ ਕਰ ਦਿਓ ਜੀ। ਸਸਪੈਂਡ ਕਰਨਾ ਬਹੁਤ ਵੱਡੀ ਸਜ਼ਾ ਆ। ਸਸਪੈਂਡ ਦਾ ਮਕਸਦ ਇੱਕ ਇਹ ਹੁੰਦਾ ਆ, ਸਸਪੈਂਡ ਦਾ ਮਕਸਦ ਤਾਂ ਸਿੱਧਾ ਇਹੀ ਆ ਵੀ ਉਹਨੂੰ ਬਹਾਲ ਕਰ ਦੇਣਾ। ਪਰ ਕਿਤੇ ਨਾ ਕਿਤੇ ਲੱਗਦਾ ਹੈ ਜਾਂਚ ਜਿਹੜੀ ਆ ਕਿੱਥੇ ਤੱਕ ਪਹੁੰਚੂਗੀ, ਜਾਂ ਤੁਹਾਨੂੰ ਕੀ ਲੱਗਦਾ ਜਾਂਚ ਕਦੋਂ ਤੱਕ ਮੁਕੰਮਲ ਹੋਵੇਗੀ, ਤੇ ਕੀ ਇਸ ਦਾ ਨਤੀਜਾ ਨਿਚੋੜ ਕੀ ਕੱਢਣਗੇ? ਨਹੀਂ, ਜਾਂਚ ਤਾਂ ਗੁਰਮੁਖੋ ਮੁਕੰਮਲ ਹੋ ਗਈ। ਜਾਂਚ ਮੁਕੰਮਲ ਹੋ ਕੇ ਵੀ ਅਧੂਰੀ ਆ। ਵੱਡੇ ਸਵਾਲ ਖੜੇ ਕਰ ਗਈ 267 ਤੋਂ 328, ਅਤੇ ਜੇ ਟੋਟਲ ਜੋੜ ਲਾਈਏ
60 ਸਰੂਪ ਵੇਸਟੇਜ ਪੇਪਰ ਤੋਂ ਬਣਾਏ ਜਾਂ ਵਾਧੂ ਪੇਪਰ ਤੋਂ ਬਣਾਏ, ਖਿਮਾ ਕਰਿਓ, ਤੇ 125 ਕਰਕੇ ਸਾਰਾ ਜੋੜ ਕਰੀਏ ਤੇ 453 ਬਣਦਾ। ਇਹ ਸਾਰੀਆਂ ਗੱਲਾਂ ਸ਼ੱਕ ਦੇ ਘੇਰੇ 'ਚ ਲੈ ਕੇ ਖੜੀਆਂ ਆਈਆਂ। ਰਿਪੋਰਟ ਨੇ ਹਿਰਦਿਆਂ ਤੇ ਮਲਮ ਲਾਉਣੀ ਸੀ, ਲੇਕਿਨ ਰਿਪੋਰਟ ਨੇ ਹਿਰਦਿਆਂ ਤੇ ਡੂੰਘੇ ਜ਼ਖਮ ਦਿੱਤੇ। ਔਰ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਕਹਿ ਦੇਣਾ, ਚੋਰਾਂ ਨੂੰ, ਜਿਨ੍ਹਾਂ ਕੋਲੋਂ ਗਲਤੀਆਂ ਹੋਈਆਂ, ਨਾ ਬਖਸ਼ਣਯੋਗ ਗਲਤੀਆਂ ਹੋਈਆਂ, ਉਹਨਾਂ ਨੂੰ ਫਿਰ ਉਹਨਾਂ ਅਧਿਕਾਰੀਆਂ ਤੇ, ਇਹਦਾ ਮਤਲਬ ਵੱਡੇ ਮਗਰਮੱਛ ਬਚਾਏ ਗਏ ਆ ਤੇ ਨਿੱਕੀਆਂ ਨਿੱਕੀਆਂ ਮੱਛੀਆਂ ਨੂੰ ਕਿਸੇ ਨੂੰ ਸਸਪੈਂਡ ਤੇ ਕਿਸੇ ਨੂੰ ਕੁਝ। ਕਿਉਂ ਨਹੀਂ ਜਥੇਦਾਰ ਆਪਣੀ ਤਾਕਤ ਕਿਉਂ ਨਹੀਂ ਵਰਤੀ? ਪੰਜ ਸਿੰਘ ਸਭਾ ਵਾਲੀ ਜਿਹੜੀ ਤਾਕਤ ਵਰਤਣੀ ਚਾਹੀਦੀ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਉੱਤੇ ਕੀ ਹੋ ਸਕਦਾ? ਅਸੀਂ ਮੰਨਦੇ ਹਾਂ ਉਹਨਾਂ ਦੇ ਕਹਿਣ ਅਨੁਸਾਰ ਕਿ ਲੇਜਰਾਂ 'ਚ ਹੇਰ-ਫੇਰ ਸੀ, ਆਹ ਹੋ ਗਿਆ ਜੀ, ਵਾਹ ਹੋ ਗਿਆ ਜੀ। ਇਹ ਦੱਸਣ ਕਿ ਇਹ ਵੀ ਸਪਸ਼ਟ ਕਰ ਦਿੰਦੇ ਕਿ ਕਿੰਨੇ ਸਰੂਪ ਉਦਣ ਅੱਗ ਦੇ ਹਵਾਲੇ ਹੋਏ ਸੀ, ਕਿੰਨੇ ਸਰੂਪ ਸ੍ਰੀ ਗੁਰੂ ਗੋਇੰਦਵਾਲ ਸਾਹਿਬ ਲੈ ਕੇ ਗਏ ਸੀ। ਇਹ ਤਾਂ ਵਿੱਚ ਹੀ ਨਹੀਂ ਆਇਆ ਹਜੇ ਤੱਕ। ਕਿੱਥੇ ਗਏ? ਕਿਉਂ? ਸਾਡੇ ਸਿੰਘਾਂ ਨੇ, ਮਾਝੇ ਦੇ ਸਿੰਘਾਂ ਨੇ ਉਦੋਂ ਹੀ ਜਾ ਕੇ ਦਰਸ਼ਨ ਕੀਤੇ ਸੀ, ਅਤੇ ਜਿਹੜੇ ਉਹਨਾਂ 2016 'ਚ ਹੀ ਅੰਗ ਜਿਹੜੇ ਸੀਗੇ ਬਾਹਰ ਰਾਖ ਵਿੱਚ ਅੰਗ ਬਿਖਰੇ ਹੋਏ ਸੀ। ਇਹ ਕੌਣ ਕਰੂਗਾ? ਇਹ ਕੌਣ ਉਦੋਂ ਹੋਊਗੀ ਜਿਹੜੀ ਇਹ ਇਨਵੈਸਟੀਗੇਸ਼ਨ, ਜਾਂਚ, ਜਿਹੜੀ ਸਹੀ ਜਾਂਚਾਂ ਅਤੇ ਸਹੀ ਲੋਕ ਸਜ਼ਾ ਦੇ ਹੱਕਦਾਰ ਉਦੋਂ ਬਣਨਗੇ ਜਦੋਂ ਜਥੇਦਾਰ ਇੱਕ ਧੜੇ ਦੇ ਨਾ ਹੋ ਕੇ ਇੱਕ ਕੌਮ ਉਹਨਾਂ ਨੂੰ ਪੁਆਇੰਟ ਕਰੇਗੀ। ਜਦੋਂ ਜਥੇਦਾਰ ਕੌਮੀ ਹੋਣਗੇ ਉਦੋਂ ਇਹ ਫੈਸਲੇ ਸਹੀ ਹੋਣੇ ਆ। ਵਰਨਾ ਜਥੇਦਾਰ ਜੀ ਨੇ ਬਾਕੀਆਂ ਨੂੰ ਤਾਂ ਸਜ਼ਾ ਦੇਤੀ। ਮੈਂ ਇੱਕ ਛੋਟੀ ਜਿਹੀ ਗੱਲ ਤੁਹਾਡੇ ਨਾਲ ਹੋਰ ਕਰ ਜਾਵਾਂ। 2015 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ, ਚੋਰੀ ਕੀਤੇ ਗਏ ਬਰਜ ਜਵਾਹਰ ਸਿੰਘ ਤੋਂ ਸਰੂਪ, ਚੈਲੰਜ ਕਰਕੇ ਪੋਸਟਰ 'ਚ ਪਕਾ ਕੇ ਕਿਹਾ ਗਿਆ ਕਿ ਸਿੱਖੋ ਤੁਹਾਡਾ ਗੁਰੂ ਸਾਡੇ ਕੋਲ ਆ, ਲੱਭ ਲਓ, ਨਹੀਂ ਅਸੀਂ ਆਹ ਕਰਾਂਗੇ, ਵਾਹ ਕਰਾਂਗੇ। ਬਹੁਤ ਕੁਛ ਜਿਹੜਾ ਇੱਥੋਂ ਇਸ ਰਸਨਾ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ। ਗਾਲਾਂ ਗੰਦੀਆਂ ਸਭ ਕੁਛ ਕਰਕੇ, ਚੈਲੰਜ ਕਰਕੇ ਲਿਖਿਆ, ਲਾਇਆ। ਉਸ ਸਮੇਂ ਜਿਹੜੇ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਫਕਰੇ ਕੌਮ ਦਾ ਅਵਾਰਡ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ਗਿਆ ਸੀ। ਫਕਰੇ ਕੌਮ ਐਡਾ ਵੱਡਾ ਅਵਾਰਡ, ਪਰੰਤੂ ਉਹਨਾਂ ਨੇ ਨਾ ਦੋਸ਼ੀ ਲੱਭੇ, ਨਾ ਦੋਸ਼ੀਆਂ ਨੂੰ ਸਜ਼ਾ ਦਿੱਤੀ, ਉਲਟਾ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਨ ਵਿੱਚ ਵੱਡਾ ਰੋਲ ਅਦਾ ਕੀਤਾ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਗਜ਼ਾਰ, ਜੋਰਾ ਸਿੰਘ ਦੀ ਰਿਪੋਰਟ ਜਗਜ਼ਾਰ, ਅਤੇ IG ਜਿਹੜੇ ਹੈਗੇ ਸਾਡੇ ਕੁਮਰ ਵਿਜੇ ਪ੍ਰਤਾਪ ਸਿੰਘ, ਜਿਹੜੇ ਅੱਜ ਇਨਵੈਸਟੀਗੇਸ਼ਨ ਟੀਮ ਦਾ ਬਹੁਤ ਵੱਡਾ ਪਾਰਟ ਆ, ਉਹਨਾਂ ਦੀਆਂ ਜਗਜ਼ਾਰ। ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਕਿਸੇ ਟੀਮ 'ਤੇ ਹੀ ਭਰੋਸਾ ਕਰ ਲੈਂਦੇ? ਕੀ ਜਥੇਦਾਰ ਸਾਹਿਬ, ਮੇਰਾ ਸਵਾਲ ਆ ਤੁਹਾਡੇ ਚੈਨਲ ਰਾਹੀਂ, ਕੀ ਫਕਰੇ ਕੌਮ ਅਵਾਰਡ ਵਾਪਸ ਨਹੀਂ ਲੈਣਾ ਚਾਹੀਦਾ ਸੀ? ਕੀ ਉਹਨਾਂ ਨੂੰ ਕਟਹਿਰੇ ਵਿੱਚ ਨਹੀਂ ਸੀ ਖੜਾ ਕਰਨਾ ਚਾਹੀਦਾ? ਕੀ ਉਹਨਾਂ ਲੋਕਾਂ ਦੀ ਮਾਨਤਾ ਕਦੋਂ ਰੱਦ ਕਰੋਗੇ? ਅਕਾਲੀ ਦਲ ਬਾਦਲ ਦੀ ਮਾਨਤਾ ਤੁਸੀਂ ਕਿੱਦਣ ਰੱਦ ਕਰੋਗੇ ਜਿਨ੍ਹਾਂ ਦੇ ਰਾਜ ਵਿੱਚ ਐਡਾ ਵੱਡਾ ਮੰਦਭਾਗੀ ਘਟਨਾ ਵਾਪਰ ਗਈ? ਉਹਨਾਂ ਦੀ ਮਾਨਤਾ ਕਿੱਦਣ ਰੱਦ ਹੋਊਗੀ? ਕੀ ਕਰ ਸਕੋਗੇ? ਤੁਸੀਂ ਨਹੀਂ ਕਰ ਸਕੋਗੇ, ਕਿਉਂਕਿ ਤੁਸੀਂ ਉਹਨਾਂ ਦੇ ਲਿਫਾਫੇ ਵਿੱਚੋਂ ਤੁਹਾਨੂੰ ਅਪੁਆਇੰਟ ਕੀਤਾ ਜਾਂਦਾ ਹੈ। ਤੁਹਾਨੂੰ ਇਹ ਗੱਲ ਤੁਹਾਨੂੰ ਵਿਸਰ ਗਈ ਹੈ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕ ਨਾ ਜਾਵੇ। ਤੁਸੀਂ ਇਸ ਗੱਲ 'ਤੇ ਕੰਮ ਕਰਦੇ ਹੋ, ਮੇਰਾ ਧੜਾ ਹਾਜ਼ਰ ਹੋ ਜਾਵੇ, ਧਰਮ ਕਿਹੜੇ ਖੂਹ ਖਾਤੇ 'ਚ ਪੈ ਜਾਵੇ, ਮੈਨੂੰ ਕੋਈ ਫਿਕਰ ਨਹੀਂ ਹੈਗਾ। ਤੁਸੀਂ ਗੱਲ ਕੀਤੀ ਇਹ ਪਿੱਛੇ 2015 ਵਾਲੀ, ਜੇ ਇਸ 'ਤੇ ਗੱਲ ਕਰੀਏ ਪਰ ਉਹਨਾਂ ਨੇ ਤਾਂ ਕਾਰਵਾਈ ਨਹੀਂ ਕੀਤੀ, ਤੁਸੀਂ ਇਸ ਗੱਲ ਦੀ ਕੋਈ ਪੁਸ਼ਟੀ ਕੀਤੀ? ਪੁਸ਼ਟੀ ਤਾਂ ਜਗ ਜਾ ਰਿਹਾ ਵਿਧਾਨ ਸਭਾ ਵਿੱਚ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਕੂਕ ਕੇ ਬੋਲਦੀ ਹੈ। ਅਸੀਂ ਤਾਂ ਮੌਜੂਦਾ ਸਰਕਾਰ 'ਤੇ ਵੀ ਸਵਾਲ ਖੜੇ ਕਰਦੇ ਹਾਂ ਕਿ ਤੁਸੀਂ 77 ਸੀਟਾਂ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਖਿਲਰੇ ਹੋਏ ਅੰਗਾਂ ਦੀ ਬੇਅਦਬੀ ਦਾ ਵਾਸਤਾ ਪਾ ਕੇ ਲੈ ਗਏ। ਲਾਹਣਤ ਤੇ ਧਰਕਾਰ ਆ ਤੁਹਾਡੇ, ਤੁਸੀਂ ਵੀ ਹਜੇ ਤੱਕ ਕੁਛ ਨਹੀਂ ਕਰ ਸਕੇ, ਕਿਉਂਕਿ ਸਰਕਾਰਾਂ ਵੀ ਜਿਵੇਂ ਅੰਦਰ ਪਿੱਛੇ ਖਾਤੇ ਹੱਥ ਮਿਲਾ ਕੇ ਬੈਠੀਆਂ ਹੋਈਆਂ ਨੇ। ਇਹਨਾਂ ਨੂੰ ਲੋਕਾਂ ਨੂੰ, ਜਿਹੜੇ ਲੋਕਾਂ ਨੇ ਕੀਤੀ, ਕਾਨੂੰਨ ਅਨੁਸਾਰ ਹੀ ਗੱਲ ਕੀਤੀ ਜਾ ਸਕਦੀ ਸੀ। ਸਾਡੇ ਕਰਨ ਦੀ ਤਾਂ ਖਾਲਸਾ ਕਾਰਵਾਈ ਆ, Z+ ਸੁਰੱਖਿਆ, ਤੁਸੀਂ ਸਾਰੀ ਸੰਗਤ ਪਰੇ ਹਟਾ ਦਿਓ, ਖਾਲਸਾ ਹੀ ਕਾਰਵਾਈ ਅਸੀਂ ਕਰਕੇ ਦਿਖਾ ਦਿਆਂਗੇ। ਸਾਡਾ ਤਾਂ ਇਹ ਹੈ। ਕਿਤੇ ਨਾ ਕਿਤੇ ਸਤਿਕਾਰ ਕਮੇਟੀ ਜਿਹੜੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ ਆ, ਕਿਤੇ ਨਾ ਕਿਤੇ ਲੱਗਦਾ ਹੁੰਦਾ ਆ ਕਿ ਸਤਿਕਾਰ ਕਮੇਟੀ ਜਿਹੜੀ ਆ ਕਿਤੇ ਨਾ ਕਿਤੇ, ਕਈ ਵਾਰ ਦਰਸ਼ਕ ਜਿਹੜੇ ਕਹਿ ਦਿੰਦੇ ਨੇ ਕਿ ਲੋਕ ਕਈ ਵਾਰ ਇਹ ਵੀ ਸਵਾਲ ਖੜੇ ਕਰ ਦਿੰਦੇ ਕਿ ਗਲਤ ਰਸਤੇ 'ਤੇ ਜਾਂਦੀ ਆ ਸਤਿਕਾਰ ਕਮੇਟੀ, ਖਾਲਸੀ ਕਾਰਵਾਈ ਵੱਲ ਨੂੰ ਜਾਂਦੀ ਆ, ਜਾਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰ ਲੈਣੀ ਚਾਹੀਦੀ। ਕੀ ਤੁਹਾਨੂੰ ਵੀ ਇੱਦਾਂ ਲੱਗਦਾ ਹੈ? ਦੇਖੋ, ਗੱਲਬਾਤ ਹੋਣੀ ਜ਼ਰੂਰੀ ਹੈਗੀ ਆ। 2 ਸਟੈਪ ਆ, ਪਿਆਰ, ਸੰਗਤ ਨਾਲ ਵਿਚਾਰ, ਪਿਆਰ, ਸਾਰਾ ਕੁਝ ਕਰਨਾ ਜ਼ਰੂਰੀ ਆ, ਉਹ ਹੁੰਦਾ ਆ। ਪਰੰਤੂ ਜਦੋਂ ਹਰ ਹੀਲਾ ਨਿਕਲ ਜਾਵੇ ਫਿਰ ਕੀ ਕਰੋਗੇ?
ਫਿਰ ਤਾਂ ਗੁਰੂ ਸਾਹਿਬ ਨੇ ਵੀ ਕਿਹਾ ਵਾ। ਅਸੀਂ ਤਾਂ ਕਦੇ ਤਲਵਾਰ ਨਾਲ ਕਿਸੇ ਦਾ ਗਲ ਕੱਟਿਆ ਹੀ ਨਹੀਂ, ਮਹਾਰਾਜ ਕਹਿੰਦੇ ਸ਼ਮਸ਼ੀਰ ਕੱਢ ਲੈਣੀ ਚਾਹੀਦੀ ਆ। ਅਸੀਂ ਤਾਂ ਹਜੇ ਮਹਾਰਾਜ ਦੇ ਬੋਲਾਂ ਤੱਕ ਵੀ ਨਹੀਂ ਪਹੁੰਚ ਸਕੇ। ਅਤੇ ਕੁਝ ਲੋਕ ਖਾਲਿਸਤਾਨੀ ਸੋਚ ਰੱਖਦੇ ਆ ਵੀਰ ਸਾਡੇ, ਮੁਬਾਰਕ ਆ, ਰੱਖਣੀ ਚਾਹੀਦੀ ਆ, ਆਪਣੇ ਘਰ ਦੀ ਗੱਲ ਹੋਣੀ ਚਾਹੀਦੀ ਆ। ਅਤੇ ਕਾਫੀ ਲੋਕ ਸਾਡੀ ਸੰਗਤ ਵਿੱਚੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਨੂੰ ਪ੍ਰੈਫਰੈਂਸ ਦਿੰਦੇ ਆ, ਉਹਦੇ ਤਰੀਜ ਦਿੰਦੇ ਆ। ਪਰ ਸੰਤਾਂ ਦਾ ਤਾਂ ਇਹ ਸੀਗਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਆਉਂਦਾ ਵਾ ਉਹਨੂੰ ਗੱਡੀ ਚਾੜ ਦੇਣਾ ਚਾਹੀਦਾ, ਉਹਨੂੰ ਗੋਲੀ ਮਾਰ ਦੇਣੀ ਚਾਹੀਦੀ ਆ। ਅਸੀਂ ਤਾਂ ਹਜੇ ਕਿਸੇ ਨੂੰ ਗੋਲੀ ਨਹੀਂ ਮਾਰੀ, ਫਿਰ ਸਾਡਾ ਵਿਰੋਧ ਕਿਉਂ? ਅਸੀਂ ਤਾਂ ਦੋ ਡੰਡੇ ਮਾਰੇ ਹੋਣਗੇ ਕਿਸੇ ਦੇ, ਜਾਂ ਦੋ ਚਪੇੜਾਂ ਮਾਰਤੀਆਂ ਹੋਣਗੀਆਂ। ਅਤੇ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਸੰਤ ਜਰਨੈਲ ਸਿੰਘ ਹੁਣਾਂ ਵਾਲੀ ਗੱਲ ਹੋਣੀ ਚਾਹੀਦੀ ਆ, ਅਤੇ ਜੇ ਫਿਰ ਅਸੀਂ ਕਿਤੇ ਗੋਲੀ ਮਾਰ ਦਈਏ ਫਿਰ ਤਾਂ ਬਹੁਤ ਔਖਾ ਹੋ ਜਾਊਗਾ ਕੰਮ। ਫਿਰ ਤਾਂ ਸਾਨੂੰ ਹੋਰ ਸਵਾਲਾਂ 'ਚ ਘਿੜੇ। ਮੰਨੋ ਕਿ ਕਿਤੇ ਨਾ ਕਿਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਸਾਡੇ ਵੀਰ ਕੁਝ ਥੜਕ ਚੁੱਕੇ ਆ। ਉਹ ਆਪਣੀ ਗੱਲ ਨੂੰ ਪੂਰੀ ਕਰਨ ਵਾਸਤੇ ਫਿਰ ਲੋਕਤੰਤਰ ਦਾ ਰਾਗ ਲਾਪਣ ਲੱਗ ਪੈਂਦੇ ਆ। ਅਸੀਂ ਗੁਰੂ ਦੀ ਗੱਲ ਨਾ ਮੰਨ ਕੇ ਧੜਿਆਂ ਦੀ ਗੱਲ ਮੰਨ ਰਹੇ ਹਾਂ। ਅੱਜ ਸਾਨੂੰ ਗੁਰੂ ਦੀ ਗੱਲ ਮੰਨਣੀ ਜ਼ਰੂਰੀ ਹੈਗੀ ਆ। ਸੁਖਜੀਤ ਸਿੰਘ ਖੋਸਾ ਜੀ ਉਹਨਾਂ ਦੇ ਨਾਲ ਗੱਲਬਾਤ ਹੋਈ ਆ। ਗੱਲਬਾਤ ਹੋਣ ਦੇ ਦੌਰਾਨ ਕਈ ਤਿੱਖੇ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਜਥੇਦਾਰ ਸਾਹਿਬ ਇਹਨਾਂ ਸਵਾਲਾਂ ਦੇ ਉੱਪਰ ਇਹਨਾਂ ਨੂੰ ਕਿਵੇਂ ਦੇਖਦੇ ਨੇ। ਕੈਮਰਾਮੈਨ ਮਨਜੋਤ ਦੇ ਨਾਲ ਲਵਪ੍ਰੀਤ ਸਿੰਘ ਲੋਹੀਆਂ ਦੀ ਰਿਪੋਰਟ, STV ਪੰਜਾਬ।